ਅੱਜ ਅੰਮ੍ਰਿਤ ਵੇਲੇ ਗੁਰਦੇਵ ਪਿਤਾ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 605 ਤੇ ਅੰਕਿਤ ਹੈ। ਇਸ ਪਾਵਨ ਸ਼ਬਦ ਰਾਹੀਂ ਗੁਰਦੇਵ ਪਿਤਾ ਜੀ ਨੇ ਮਨੁੱਖ ਮਾਤਰ ਨੂੰ ਸਮਝਾਇਆ ਹੈ ਕਿ ਅਕਾਲ ਪੁਰਖ ਇਸ ਸੰਸਾਰ ਦੇ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ। ਉਹ ਇਸ ਸੰਸਾਰ ਤੋਂ ਵੱਖਰਾ ਕਿਤੇ ਆਕਾਸ਼ ਮੰਡਲ ਵਿੱਚ ਬੈਠਾ ਹੋਇਆ ਨਹੀਂ ਹੈ, ਸਗੋਂ ਜਗਤ ਦੇ ਅੰਦਰ ਹਰ ਜੀਵ ਜੰਤ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਆਪ ਵਾਪਰ ਰਿਹਾ ਹੈ। ਸਾਰਾ ਸੰਸਾਰ ਉਸ ਮਾਲਕ ਦਾ ਹੀ ਰੂਪ ਹੈ। ਕੋਈ ਵੀ ਸ਼ੈ ਐਸੀ ਨਹੀਂ ਜਿਸ ਵਿੱਚ ਉਸ ਮਾਲਕ ਦਾ ਨੂਰ ਜ਼ਹੂਰ ਜਾਂ ਉਹਦੀ ਸੱਤਿਆ ਨਾ ਹੋਵੇ। ਆਓ ਬੜੇ ਪਿਆਰ ਦੇ ਨਾਲ ਵਿਚਾਰ ਕਰਨ ਦਾ ਯਤਨ ਕਰੀਏ। ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੋਲਾਇਆ। ਪ੍ਰਭੂ ਆਪ ਤੱਕੜੀ ਹੈ, ਆਪ ਹੀ ਉਸ ਤੱਕੜੀ ਦੀ ਸੂਈ ਹੈ। ਪ੍ਰਭੂ ਆਪ ਹੀ ਵੱਟੇ ਨਾਲ ਇਸ ਸ੍ਰਿਸ਼ਟੀ ਨੂੰ ਤੋਲਦਾ ਹੈ, ਤੋਲਿਆ ਹੋਇਆ ਹੈ। ਤੋਲਿਆ ਹੋਇਆ ਦਾ ਮਤਲਬ ਆਪਣੇ ਹੁਕਮ ਦੇ ਅੰਦਰ ਰੱਖ ਰਿਹਾ ਹੈ, ਯਾਨੀ ਇਸ ਜਗਤ ਦੇ ਅੰਦਰ ਪ੍ਰਭੂ ਦਾ ਹੁਕਮ ਵਰਤ ਰਿਹਾ ਹੈ। ਉਸ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਜਿਵੇਂ ਗੁਰਦੇਵ ਪਿਤਾ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ ਕਿ ਹੁਕਮ ਦੇ ਅੰਦਰ ਹੀ ਆਕਾਰ ਪੈਦਾ ਹੋ ਰਹੇ ਹਨ, ਹੁਕਮ ਦੇ ਅੰਦਰ ਹੀ ਆਕਾਰ ਵਿਨਸ ਰਹੇ ਹਨ, ਹੁਕਮ ਦੇ ਅੰਦਰ ਜੀਵ ਜੰਤ ਹਨ, ਹੁਕਮ ਵਿੱਚ ਹੀ ਦੁੱਖ ਹੈ, ਹੁਕਮ ਵਿੱਚ ਸੁੱਖ ਹੈ, ਔਰ ਹੁਕਮ ਦੇ ਅੰਦਰ ਹੀ ਵਡਿਆਈਆਂ ਮਿਲਦੀਆਂ ਨੇ। ਹੁਕਮ ਦੇ ਅੰਦਰ ਹੀ ਕੋਈ ਚੰਗਾ ਔਰ ਕੋਈ ਮੰਦਾ ਹੋ ਜਾਂਦਾ ਹੈ। ਉਸ ਹੁਕਮ ਨੂੰ ਕੋਈ ਟਾਲ ਨਹੀਂ ਸਕਦਾ। ਹੁਕਮ ਦੇ ਅੰਦਰ ਹੀ ਸਾਰਾ ਜਗਤ ਹੈ, ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ ਤੇ ਉਸ ਹੁਕਮ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰਦੇਵ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਕੀਤਾ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਜਿਹੜਾ ਉਸ ਹੁਕਮ ਨੂੰ ਬੁੱਝ ਲੈਂਦਾ ਹੈ, ਫਿਰ ਉਸ ਮਨੁੱਖ ਦੀ ਇਹ ਸੋਚ ਬਣ ਜਾਂਦੀ ਹੈ ਕਿ ਉਹ ਮੈਂ ਮੇਰੀ ਨਹੀਂ ਕਹਿੰਦਾ, ਆਪਣੇ ਪਰਾਏ ਦੇ ਚੱਕਰ ਵਿੱਚ ਨਹੀਂ ਪੈਂਦਾ, ਸਗੋਂ ਰੱਬੀ ਰਜ਼ਾ ਦੇ ਅੰਦਰ ਤੁਰਨ ਦਾ ਯਤਨ ਕਰਦਾ ਹੈ। ਹੁਕਮ ਲੇਖ ਜਾਂ ਭਾਣਾ, ਇਸ ਦਾ ਮਤਲਬ ਹੈ ਸਿਸਟਮ, ਜਿਸ ਨੂੰ ਅਸੀਂ ਲਾ ਆਫ ਨੇਚਰ ਵੀ ਕਹਿ ਸਕਦੇ ਹਾਂ। ਉਸ ਲਾ ਆਫ ਨੇਚਰ ਜਾਂ ਹੁਕਮ ਜਾਂ ਪ੍ਰਭੂ ਦੀ ਜੋ ਨਿਯਮਾਵਲੀ ਹੈ, ਉਹਦੇ ਅੰਦਰ ਇਹ ਸਾਰਾ ਸੰਸਾਰ ਕਾਰ ਕਰ ਰਿਹਾ ਹੈ। ਆਪੇ ਸ਼ਾਹ ਆਪੇ ਵਣਜਾਰਾ ਆਪੇ ਵਣਜ ਕਰਾਇਆ। ਪ੍ਰਭੂ ਆਪ ਹੀ ਇਸ ਧਰਤੀ ਉੱਤੇ ਵਣਜ ਕਰਨ ਵਾਲਾ ਹੈ, ਸ਼ਾਹਕਾਰ ਹੈ। ਆਪ ਹੀ ਜੀਵ ਰੂਪ ਹੋ ਕੇ ਵਣਜ ਕਰਨ ਵਾਲਾ ਹੈ ਔਰ ਆਪ ਹੀ ਵਣਜ ਕਰ ਰਿਹਾ ਹੈ। ਯਾਨੀ ਹਰ ਇਨਸਾਨ ਮਾਨੋ ਇੱਕ ਵਣਜਾਰਾ ਹੈ ਤੇ ਹਰ ਇੱਕ ਦੇ ਅੰਦਰ ਉਸ ਮਾਲਕ ਦੀ ਸੱਤਿਆ ਹੈ। ਹਰ ਇੱਕ ਇਨਸਾਨ ਉਸ ਪ੍ਰਭੂ ਪਰਮਾਤਮਾ ਦਾ ਹੀ ਰੂਪ ਹੈ। ਉਸ ਮਾਲਕ ਤੋਂ ਬਾਹਰ ਕੋਈ ਵੀ ਨਹੀਂ ਹੈ। ਹਰ ਇੱਕ ਦੇ ਅੰਦਰ ਰੱਬ ਵਸ ਰਿਹਾ ਹੈ। ਜਿਵੇਂ ਅਸੀਂ ਪਾਵਨ ਬਾਣੀ ਵਿੱਚ ਥਾਂ ਪਰ ਥਾਂ ਪੜ੍ਹਦੇ ਹਾਂ, ਸਭੇ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ, ਤਾਂ ਉਹ ਮਾਲਕ ਆਪ ਹੀ ਸਭ ਦੇ ਅੰਦਰ ਸਮਾਇਆ ਹੋਇਆ ਹੈ। ਆਪੇ ਧਰਤੀ ਸਾਜੀਅਨ ਪਿਆਰੇ ਪਿੱਛੇ ਟੰਕ ਚੜਾਇਆ। ਪਿੱਛੇ ਟੰਕ ਚੜਾਇਆ, ਤੱਕੜੀ ਦੇ ਛਾਬੇ ਵਿੱਚ ਟੰਕ ਦਾ ਮਤਲਬ ਚਾਰ ਮਾਸੇ ਦਾ ਵੱਟਾ। ਪ੍ਰਭੂ ਨੇ ਆਪ ਹੀ ਧਰਤੀ ਪੈਦਾ ਕੀਤੀ ਹੈ, ਯਾਨੀ ਆਪਣੀ ਮਰਿਆਦਾ ਰੂਪ ਤੱਕੜੀ ਦੇ ਪਿਛਲੇ ਛਾਬੇ ਵਿੱਚ ਚਾਰ ਮਾਸੇ ਦਾ ਵੱਟਾ ਰੱਖ ਕੇ ਪ੍ਰਭੂ ਨੇ ਆਪ ਹੀ ਇਸ ਸ੍ਰਿਸ਼ਟੀ ਨੂੰ ਆਪਣੀ ਮਰਿਆਦਾ ਵਿੱਚ ਰੱਖਿਆ ਹੋਇਆ ਹੈ। ਯਾਨੀ ਇਹਦਾ ਮਤਲਬ ਕਿ ਮਾਲਕ ਵਾਸਤੇ ਇਹ ਕੰਮ ਇੱਕ ਸਾਧਾਰਨ ਰਿਹਾ ਹੈ। ਬੜੀ ਆਸਾਨੀ ਦੇ ਨਾਲ ਇਹ ਸਾਰਾ ਕੁਝ ਹੋਈ ਜਾ ਰਿਹਾ ਹੈ। ਚਾਰ ਮਾਸੇ ਦਾ ਵੱਟੇ ਦੇ ਨਾਲ ਸ੍ਰਿਸ਼ਟੀ ਨੂੰ ਤੋਲਣ ਤੋਂ ਭਾਵ ਕਿ ਇਹ ਕੰਮ ਪ੍ਰਭੂ ਵਾਸਤੇ ਨਿੱਕਾ ਹੈ, ਸਾਧਾਰਨ ਹੈ। ਯਾਨੀ ਇਹ ਸਾਰਾ ਕੁਝ ਉਸ ਮਾਲਕ ਦੇ ਰੂਪ ਦੇ ਅੰਦਰ ਸਹਿਜ ਸੁਭਾਵਕ ਹੀ ਹੋਈ ਜਾ ਰਿਹਾ ਹੈ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਮੇਰੇ ਮਨ, ਉਸ ਹਰੀ ਦਾ ਧਿਆਨ ਧਰ, ਉਹਨੂੰ ਆਪਣੇ ਧਿਆਨ ਦੇ ਅੰਦਰ ਰੱਖ। ਜਿਸ ਕਿਸੇ ਨੇ ਵੀ ਉਹਨੂੰ ਧਿਆਨ ਵਿੱਚ ਰੱਖਿਆ ਹੈ, ਯਾਨੀ ਰੱਬੀ ਹੁਕਮ ਨੂੰ ਜਿਸ ਨੇ ਧਿਆਨ ਵਿੱਚ ਰੱਖਿਆ ਹੈ, ਜੋ ਰੱਬੀ ਹੁਕਮ ਦੇ ਅੰਦਰ ਜੀਵਿਆ ਹੈ, ਉਹਨੇ ਹਮੇਸ਼ਾ ਹੀ ਸੁਖ ਪਾਇਆ ਹੈ।
ਤਾਂ ਜਿਹੜਾ ਵੀ ਇਨਸਾਨ ਇਸ ਦੁਨੀਆ ਦੇ ਅੰਦਰ ਸੁੱਖ ਪਾਉਣਾ ਚਾਹੁੰਦਾ ਹੈ, ਉਹਨੂੰ ਰੱਬੀ ਰਜ਼ਾ ਔਰ ਭਾਣੇ ਦੇ ਅੰਦਰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਰੱਬੀ ਰਜ਼ਾ ਭਾਣੇ ਦਾ ਮਤਲਬ ਇਹ ਸੰਸਾਰ ਦੀ ਸਿਸਟਮ ਦੇ ਅੰਦਰ ਚੱਲ ਰਿਹਾ ਹੈ, ਜਿਨ੍ਹਾਂ ਨਿਯਮਾਂ ਦੇ ਅੰਦਰ ਚੱਲ ਰਿਹਾ ਹੈ, ਉਸ ਨਿਯਮਾਵਲੀ ਨੂੰ ਸਮਝ ਕੇ ਜੋ ਇਨਸਾਨ ਆਪਣੀ ਜ਼ਿੰਦਗੀ ਜੀਵੇਗਾ, ਆਪਣੇ ਜੀਵਨ ਵਾਸਤੇ ਸੁਚੱਜੀ ਘਾੜਤ ਘੜੇਗਾ, ਉਹ ਇਨਸਾਨ ਸੁਖੀ ਔਰ ਸ਼ਾਂਤ ਰਹਿ ਸਕੇਗਾ। ਇਸ ਲਈ ਜੇ ਅਸੀਂ ਆਪਣੇ ਆਪੇ ਨੂੰ, ਆਪਣੇ ਪਰਿਵਾਰਾਂ ਨੂੰ, ਆਪਣੇ ਸਮਾਜ ਔਰ ਇਸ ਸੰਸਾਰ ਨੂੰ ਸੋਹਣਾ ਬਣਾਉਣਾ ਚਾਹੁੰਦੇ ਹਾਂ, ਇਹਨੂੰ ਵਿਕਾਸਸ਼ੀਲ ਵੇਖਣਾ ਚਾਹੁੰਦੇ ਹਾਂ, ਇਹਨੂੰ ਬੇਗਮਪੁਰੇ ਦਾ ਰੂਪ ਦੇਣਾ ਚਾਹੁੰਦੇ ਹਾਂ, ਤਾਂ ਹਰ ਇਨਸਾਨ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਕਿ ਉਹ ਰੱਬੀ ਰਜ਼ਾ ਭਾਣੇ ਨੂੰ ਸਮਝਣ ਦਾ ਯਤਨ ਕਰੇ ਔਰ ਕੁਦਰਤ ਦੇ ਨਿਯਮਾਂ ਦੇ ਅੰਦਰ ਰਹਿ ਕੇ ਆਪਣੇ ਜੀਵਨ ਦਾ ਵਿਕਾਸ ਕਰੇ, ਜਿਸ ਕਰਕੇ ਇਹਦਾ ਜੀਵਨ ਸੁਹਾਵਣਾ ਹੋ ਜਾਏ, ਇਹਦੇ ਜੀਵਨ ਦੇ ਅੰਦਰ ਸੁੱਖ ਸ਼ਾਂਤੀ ਆ ਜਾਏ। ਜਦੋਂ ਵੀ ਕੋਈ ਇਨਸਾਨ ਕੁਦਰਤ ਦੇ ਨਿਯਮਾਂ ਨੂੰ ਤੋੜਦਾ ਹੈ, ਕੁਦਰਤ ਦੇ ਨਾਲ ਛੇੜਛਾੜ ਕਰਦਾ ਹੈ, ਉਦੋਂ ਹੀ ਇਹਦੇ ਜੀਵਨ ਦੇ ਅੰਦਰ ਦੁੱਖ ਔਰ ਅਸ਼ਾਂਤੀ ਆਉਂਦੀ ਹੈ। ਇਸ ਲਈ ਜ਼ਰੂਰਤ ਹੈ ਕਿ ਸੁਖੀ ਔਰ ਸ਼ਾਂਤ ਰਹਿਣ ਲਈ ਰੱਬੀ ਰਜ਼ਾ ਭਾਣੇ ਨੂੰ ਸਮਝ ਕੇ ਉਸ ਮੁਤਾਬਕ ਜ਼ਿੰਦਗੀ ਜੀਣ ਦੀ ਟਰਾਈ ਕੀਤੀ ਜਾਏ। ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰੈ ਮੀਠਾ ਲਾਇਆ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਭੂ ਦਾ ਨਾਮ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਜੋ ਪੂਰੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪਿਆ ਹੈ, ਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ ਮਿੱਠਾ ਅਨੁਭਵ ਕਰਾ ਦਿੱਤਾ ਹੈ। ਭਾਵ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪੈਣ ਦੇ ਨਾਲ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਦੇ ਨਾਲ ਸਾਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ ਕਿ ਹਕੀਕਤ ਦੇ ਅੰਦਰ, ਵਾਸਤਵ ਦੇ ਅੰਦਰ, ਕੁਦਰਤੀ ਨਿਯਮਾਂ ਦੇ ਅੰਦਰ ਤੁਰਨਾ, ਪ੍ਰਭੂ ਦੇ ਗੁਣਾਂ ਦੇ ਧਾਰਨੀ ਹੋਣਾ ਹੀ ਜੀਵਨ ਦੀ ਮਹਾਨਤਾ ਦਾ ਕਾਰਨ ਹੈ। ਜਦੋਂ ਅਸੀਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਹਾਂ, ਗੁਰਬਾਣੀ ਨੂੰ ਆਪ ਪੜ੍ਹਦੇ, ਵਿਚਾਰਦੇ, ਸੁਣਦੇ ਔਰ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲਦੇ ਹਾਂ, ਰੱਬੀ ਗੁਣਾਂ ਦੇ ਨਾਲ ਜੁੜਦੇ ਹਾਂ, ਤਾਂ ਸਾਨੂੰ ਇਹਨਾਂ ਗੁਣਾਂ ਦਾ ਪਤਾ ਲੱਗਦਾ ਹੈ ਕਿ ਇਹ ਕਿਤਨੇ ਮਹਾਨ ਨੇ। ਮਿੱਠਾ ਲਾਇਆ ਦਾ ਮਤਲਬ ਚੰਗੇ ਲੱਗਣਾ ਗੁਣ, ਰਸ ਆਉਣਾ ਉਹਨਾਂ ਗੁਣਾਂ ਦੇ ਵਿੱਚੋਂ। ਹੁਣ ਜਿਹੜਾ ਸੱਚ ਦੇ ਨਾਲ ਜੁੜੇਗਾ, ਸੱਚ ਬੋਲੇਗਾ, ਸੱਚ ਕਮਾਏਗਾ, ਸੱਚੀ ਜ਼ਿੰਦਗੀ ਜੀਵੇਗਾ, ਸੱਚ ਦਾ ਰਸ ਕੀ ਹੈ, ਸੱਚ ਦਾ ਸੁੱਖ ਕੀ ਹੈ, ਉਹ ਬੰਦਾ ਹੀ ਮਾਣ ਸਕੇਗਾ ਨਾ। ਤੇ ਜਿਸ ਨੇ ਕਦੇ ਸੱਚ ਬੋਲਿਆ ਨਹੀਂ, ਸੱਚ ਸੁਣਿਆ ਨਹੀਂ, ਸੱਚ ਨੂੰ ਵਰਤੋਂ ਵਿੱਚ ਨਹੀਂ ਲਿਆਂਦਾ, ਉਹ ਸੱਚ ਦੇ ਸੁੱਖ ਤੋਂ ਵਾਂਝਾ ਰਹਿ ਜਾਏਗਾ। ਸੱਚ ਉਸ ਨੂੰ ਹੀ ਮਿੱਠਾ ਲੱਗੇਗਾ ਜੋ ਸੱਚ ਦੇ ਨਾਲ ਜੁੜੇਗਾ, ਉਹਦੇ ਜੀਵਨ ਵਿੱਚ ਹੀ ਰਸ ਪੈਦਾ ਹੋਏਗਾ। ਪ੍ਰੇਮ ਪ੍ਰਭੂ ਦਾ ਗੁਣ ਹੈ, ਤੇ ਪ੍ਰੇਮ ਦਾ ਰਸ ਉਸੇ ਨੂੰ ਆਏਗਾ ਜੋ ਪ੍ਰੇਮ ਵਾਲੀ ਜ਼ਿੰਦਗੀ ਜੀਵੇਗਾ। ਆਪਣੇ ਪਰਿਵਾਰ ਨਾਲ ਪ੍ਰੇਮ, ਸਮਾਜ ਨਾਲ ਪ੍ਰੇਮ, ਵਨਸਪਤੀ ਨਾਲ ਪ੍ਰੇਮ, ਜੀਵ ਜੰਤ ਨਾਲ ਪ੍ਰੇਮ, ਪ੍ਰਭੂ ਦੇ ਸ਼ੁਭ ਗੁਣਾਂ ਦੇ ਨਾਲ ਪ੍ਰੇਮ। ਪ੍ਰੇਮ ਵਾਲੀ ਜ਼ਿੰਦਗੀ ਦੇ ਵਿੱਚ ਕੀ ਸੁੱਖ ਹੈ, ਉਹ ਇਨਸਾਨ ਹੀ ਮਹਿਸੂਸ ਕਰ ਸਕਦਾ ਹੈ, ਮਾਣ ਸਕਦਾ ਹੈ, ਜੋ ਪ੍ਰੇਮ ਦਾ ਧਾਰਨੀ ਹੈ। ਇਸ ਲਈ ਗੁਰੂ ਦੀ ਪਾਵਨ ਚਰਨਾਂ ਦੀ ਸ਼ਰਨ ਵਿੱਚ ਜਦੋਂ ਅਸੀਂ ਆਉਂਦੇ ਹਾਂ, ਸਾਨੂੰ ਗੁਰਮਤਿ ਆਸ਼ੇ ਅਨੁਸਾਰ ਜੀਵਨ ਜੀਣਾ ਮਿਲਦਾ ਹੈ, ਤਾਂ ਸਾਡੇ ਜੀਵਨ ਦੇ ਅੰਦਰ ਮਿਠਾਸ ਪੈਦਾ ਹੁੰਦੀ ਹੈ, ਸੁੱਖ ਔਰ ਰਸ ਪੈਦਾ ਹੁੰਦਾ ਹੈ। ਇਸ ਲਈ ਭਾਈ, ਜਿਹੜਾ ਵੀ ਇਨਸਾਨ ਜ਼ਿੰਦਗੀ ਦੇ ਅੰਦਰ ਸੁੱਖ ਸ਼ਾਂਤੀ ਪਾਉਣਾ ਚਾਹੁੰਦਾ ਹੈ ਜਾਂ ਸੁਖੀ ਜੀਵਨ ਜੀਣਾ ਚਾਹੁੰਦਾ ਹੈ, ਉਹਨੂੰ ਚਾਹੀਦਾ ਹੈ ਕਿ ਉਹ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਅਨੁਸਾਰ ਜੀਵਨ ਜੀਣ ਦਾ ਯਤਨ ਕਰੇ। ਗੁਰਦੇਵ ਅਗਲਾ ਬਚਨ ਕਰਦੇ ਹਨ, ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ। ਪ੍ਰਭੂ ਆਪ ਹੀ ਧਰਤੀ ਪੈਦਾ ਕਰਨ ਵਾਲਾ ਹੈ, ਆਪ ਹੀ ਜਲ ਪੈਦਾ ਕਰਨ ਵਾਲਾ ਹੈ, ਆਪ ਹੀ ਸਭ ਕੁਝ ਕਰਦਾ ਹੈ, ਆਪ ਹੀ ਜੀਵਾਂ ਪਾਸੋਂ ਕਰਾਉਂਦਾ ਹੈ। ਯਾਨੀ ਧਰਤੀ, ਆਕਾਸ਼ ਆਦਿਕ ਦੇ ਅੰਦਰ ਉਹ ਪ੍ਰਭੂ ਪਰਮਾਤਮਾ ਆਪ ਹੀ ਵਰਤ ਰਿਹਾ ਹੈ, ਆਪ ਹੀ ਉਹ ਵਸ ਰਿਹਾ ਹੈ, ਆਪ ਹੀ ਵਿਆਪਕ ਹੈ। ਕੋਈ ਐਸੀ ਥਾਂ ਨਹੀਂ ਜਿੱਥੇ ਉਹ ਪ੍ਰਭੂ ਨਹੀਂ ਹੈ। ਕਾਸ਼ ਬੰਦਾ ਇਸ ਗੱਲ ਨੂੰ ਸਮਝ ਲਵੇ ਕਿ ਅਦਿਸਤਾ ਜਗਤ ਉਸ ਮਾਲਕ ਦਾ ਹੀ ਰੂਪ ਹੈ, ਉਹਦੀ ਹੀ ਰਚਨਾ ਹੈ, ਤੇ ਰਚਨਾ ਦੇ ਅੰਦਰ ਹੀ ਉਹ ਰਚਨਹਾਰ ਆਪ ਸਮਾਇਆ ਹੋਇਆ ਹੈ। ਤਾਂ ਫਿਰ ਇਸ ਦੀ ਸੋਚ ਬਦਲ ਜਾਏਗੀ, ਇਸ ਦਾ ਵਿਹਾਰ ਬਦਲ ਜਾਏਗਾ, ਇਸ ਦੇ ਬੋਲ ਬਦਲ ਜਾਣਗੇ। ਫਿਰ ਇਹ ਧਰਤੀ ਦਾ ਸਤਿਕਾਰ ਮਾਂ ਦੀ ਤਰ੍ਹਾਂ ਕਰੇਗਾ, ਪਾਣੀ ਦਾ ਸਤਿਕਾਰ ਪਿਤਾ ਦੀ ਤਰ੍ਹਾਂ ਕਰੇਗਾ,
ਪਵਨ ਦਾ ਸਤਕਾਰ ਗੁਰੂ ਦੀ ਤਰ੍ਹਾਂ ਕਰੇਗਾ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਫਿਰ ਇਸ ਸਾਰੇ ਸੰਸਾਰ ਨੂੰ ਆਪਣਾ ਸੱਜਣ ਔਰ ਮਿੱਤਰ ਸਮਝੇਗਾ। ਇਹਨੂੰ ਸਮਝ ਆ ਜਾਏਗੀ ਕਿ ਚੰਗਿਆਈਆਂ ਔਰ ਬੁਰਾਈਆਂ ਵਾਚੀਆਂ ਜਾ ਰਹੀਆਂ ਹਨ। ਜੋ ਚੰਗਿਆਈਆਂ ਆਪਣੇ ਜੀਵਨ ਵਿੱਚ ਅਪਣਾਉਂਦਾ ਹੈ ਉਹ ਪ੍ਰਭੂ ਦੇ ਨਜ਼ਦੀਕ ਹੋ ਜਾਂਦਾ ਹੈ। ਜਿਸ ਦੇ ਜੀਵਨ ਵਿੱਚ ਬੁਰਾਈਆਂ ਨੇ ਉਹ ਮਾਲਕ ਤੋਂ ਦੂਰ ਚਲਾ ਜਾਂਦਾ ਹੈ। ਜਿਸ ਦੀ ਜ਼ਿੰਦਗੀ ਅੰਦਰ ਚੰਗਿਆਈਆਂ ਨੇ ਉਹਨਾਂ ਨੂੰ ਸਮਾਜ ਔਰ ਰਿਸ਼ਤਿਆਂ ਦੀ ਨੇੜਤਾ ਵੀ ਮਿਲਦੀ ਹੈ। ਜਿਨ੍ਹਾਂ ਦੀ ਜ਼ਿੰਦਗੀ ਵਿੱਚ ਬੁਰਾਈਆਂ ਨੇ ਉਹਨਾਂ ਦਾ ਸਮਾਜਿਕ ਔਰ ਪਰਿਵਾਰਕ ਜੀਵਨ ਵੀ ਅਸਤ ਵਿਅਸਤ ਹੋ ਜਾਂਦਾ ਹੈ। ਉਹਨੂੰ ਫਿਰ ਸਮਝ ਪੈ ਜਾਂਦੀ ਹੈ ਕਿ ਜੋ ਰੱਬੀ ਗੁਣਾਂ ਦਾ ਗਾਇਨ ਕਰਦਾ ਹੈ, ਜੀਵਨ ਦੇ ਅੰਦਰ ਐਸੀ ਮਸ਼ੱਕਤ ਘਾਲਦਾ ਹੈ, ਉਸ ਮਨੁੱਖ ਦਾ ਜੀਵਨ ਸਫਲਾ ਹੋ ਜਾਂਦਾ ਹੈ। ਅਗਲਾ ਬਚਨ ਗੁਰਦੇਵ ਕਰਦੇ ਹਨ, ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਧ ਰਖਾਇਆ। ਆਪ ਹੀ ਆਪਣੇ ਹੁਕਮ ਅਨੁਸਾਰ ਹਰ ਥਾਂ ਕਾਰ ਚਲਾ ਰਿਹਾ ਹੈ। ਪਾਣੀ ਨੂੰ ਮਿੱਟੀ ਨਾਲ ਉਸਨੇ ਆਪਣੇ ਹੁਕਮ ਵਿੱਚ ਹੀ ਬੰਨ ਰੱਖਿਆ ਹੈ। ਜੋ ਪਾਣੀ ਮਿੱਟੀ ਨੂੰ ਰੋੜਦਾ ਨਹੀਂ ਹੈ, ਯਾਨੀ ਮਿੱਟੀ ਔਰ ਪਾਣੀ ਵਿਰੋਧੀ ਤੱਤ ਨੇ, ਪਰ ਇਹਨਾਂ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਰੱਖਿਆ ਹੋਇਆ ਹੈ। ਇਹ ਉਸ ਮਾਲਕ ਦਾ ਹੀ ਹੁਕਮ ਹੈ, ਯਾਨੀ ਇਹ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਸਾਰਾ ਕੁਝ ਸਹਿਜ ਸੁਭਾਵਿਕ ਹੋ ਹੀ ਜਾ ਰਿਹਾ ਹੈ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਪ੍ਰਭੂ ਦਾ ਹੁਕਮ, ਰੱਬ ਦਾ ਸਿਸਟਮ ਮਹਾਨ ਹੈ। ਸਾਨੂੰ ਇਸ ਹੁਕਮ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਆਪੇ ਹੀ ਭਉ ਪਾਇੰਦਾ ਪਿਆਰਾ, ਬਨ ਬੱਕਰੀ ਸ਼ੀਂਹ ਹੰਡਾਇਆ। ਭਉ ਦਾ ਮਤਲਬ ਡਰ, ਬਨ ਦਾ ਮਤਲਬ ਬੰਨ ਕੇ, ਸ਼ੀਂਹ ਦਾ ਮਤਲਬ ਸ਼ੇਰ, ਹੰਡਾਇਆ ਦਾ ਭਾਵ ਹੈ ਫਿਰਾ ਰਿਹਾ ਹੈ। ਉਸ ਪਾਣੀ ਦੇ ਵਿੱਚ ਉਸ ਪ੍ਰਭੂ ਨੇ ਆਪ ਹੀ ਆਪਣਾ ਡਰ ਪਾ ਰੱਖਿਆ ਹੈ। ਮਾਨੋ ਬੱਕਰੀ ਸ਼ੇਰ ਨੂੰ ਬੰਨ ਕੇ ਫਿਰਾ ਰਹੀ ਹੈ, ਯਾਨੀ ਜੋ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਪ੍ਰਭੂ ਨੇ ਇੱਕ ਥਾਂ ਤੇ ਇਕੱਠਿਆਂ ਰੱਖਿਆ ਹੋਇਆ ਹੈ। ਜਿਵੇਂ ਬੱਕਰੀ ਔਰ ਸ਼ੇਰ ਦਾ ਇੱਕ ਜਗ੍ਹਾ ਰਹਿਣਾ ਔਖਾ ਹੈ ਨਾ, ਸ਼ੇਰ ਹਮੇਸ਼ਾ ਹੀ ਉਸ ਬੱਕਰੀ ਨੂੰ ਮਾਰ ਦੇਵੇਗਾ, ਖਾ ਜਾਏਗਾ। ਤਾਂ ਬੱਕਰੀ ਔਰ ਸ਼ੇਰ ਦੇ ਇਕੱਠੇ ਰਹਿਣ ਦਾ ਭਾਵ ਕਿ ਪ੍ਰਭੂ ਨੇ ਵਿਰੋਧੀ ਤਾਕਤਾਂ ਨੂੰ ਇੱਕ ਥਾਂ ਤੇ ਰੱਖਿਆ ਹੋਇਆ ਹੈ। ਪਾਣੀ ਔਰ ਮਿੱਟੀ ਹੈ ਜਾਂ ਆਕਾਸ਼ ਆਦਿਕ ਹੈ, ਇਹ ਸਾਰੇ ਤੱਤ ਵਿਰੋਧੀ ਹੋਣ ਦੇ ਬਾਵਜੂਦ ਇਕੱਠੇ ਕਰਕੇ ਇਹਦੇ ਨਾਲ ਹੀ ਇਹ ਸੰਸਾਰ ਦੀ ਰਚਨਾ ਕੀਤੀ ਹੈ। ਇਹਦੇ ਨਾਲ ਮਨੁੱਖੀ ਸਰੀਰ ਨੂੰ ਰਚਿਆ ਹੈ। ਵਿਰੋਧੀ ਤੱਤਾਂ ਨੂੰ ਇੱਕ ਥਾਂ ਦੇ ਉੱਤੇ ਰੱਖਣਾ ਔਰ ਉਹਨਾਂ ਦੇ ਨਾਲ ਹੀ ਏਡੇ ਵੱਡੇ ਸੰਸਾਰ ਦੀ ਪਾਲਣਾ ਔਰ ਸੰਚਾਲਨ ਕਰਨਾ, ਇਹੀ ਰੱਬੀ ਹੁਕਮ ਦੀ ਮਹਾਨਤਾ ਹੈ। ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ। ਪ੍ਰਭੂ ਆਪ ਹੀ ਲੱਕੜੀ ਪੈਦਾ ਕਰਨ ਵਾਲਾ ਹੈ, ਆਪ ਹੀ ਅੱਗ ਬਣਾਉਣ ਵਾਲਾ ਹੈ। ਲੱਕੜੀ ਵਿੱਚ ਉਹਨੇ ਆਪ ਹੀ ਅੱਗ ਟਿਕਾ ਰੱਖੀ ਹੈ। ਹੁਣ ਕੋਈ ਵੀ ਲੱਕੜ, ਕੋਈ ਵੀ ਵਰਕਸ਼, ਵਨਸਪਤੀ ਐਸਾ ਨਹੀਂ ਹੈ, ਐਸੀ ਵਨਸਪਤੀ ਨਹੀਂ ਜਿਸ ਦੇ ਅੰਦਰ ਅੱਗ ਨਾ ਹੋਵੇ। ਕਿਉਂਕਿ ਜੇ ਸਾਡੇ ਸਰੀਰ ਵਿੱਚ ਅਗਨ ਨਹੀਂ ਹੋਏਗੀ, ਸੇਕ ਨਹੀਂ ਹੋਏਗਾ, ਤਾਂ ਇਹ ਸਰੀਰ ਵਧੇ ਫੁੱਲੇਗਾ ਨਹੀਂ। ਜੇ ਅਗਨ ਨਹੀਂ ਹੋਏਗੀ, ਸੇਕ ਨਿੱਘ ਨਹੀਂ ਹੋਏਗਾ, ਕੋਈ ਵੀ ਬੀਜ ਅੰਕੁਰਿਤ ਨਹੀਂ ਹੋਵੇਗਾ ਔਰ ਕੋਈ ਵੀ ਵਨਸਪਤੀ ਫਲ ਔਰ ਫੁੱਲ ਨਹੀਂ ਸਕੇਗੀ। ਹੁਣ ਅੱਗ ਲੱਕੜ ਨੂੰ ਸਾੜਨ ਦਾ ਕਾਰਨ ਬਣਦੀ ਹੈ। ਲੱਕੜ ਨੂੰ ਅੱਗ ਲੱਗੇ ਤਾਂ ਉਹ ਸੜ ਜਾਂਦੀ ਹੈ, ਪਰ ਉਹੀ ਅੱਗ ਵਨਸਪਤੀ ਦੇ ਪਾਲਣ ਦਾ ਕਾਰਨ ਵੀ ਹੈ। ਉਹੀ ਵਿਰੋਧੀ ਅਗਨ ਉਸ ਵਨਸਪਤੀ ਨੂੰ ਹਰਿਆਂ ਭਰਿਆਂ ਰੱਖ ਰਹੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭੂ ਆਪ ਹੀ ਲੱਕੜ ਪੈਦਾ ਕਰਦਾ ਹੈ ਔਰ ਆਪ ਹੀ ਲੱਕੜ ਦੇ ਅੰਦਰ ਅੱਗ ਰੱਖਦਾ ਹੈ। ਆਪੇ ਹੀ ਆਪ ਵਰਤਦਾ ਪਿਆਰਾ, ਭੈ ਅਗਨ ਨਾ ਸਕੇ ਜਲਾਇਆ। ਭੈ ਦਾ ਮਤਲਬ ਡਰ ਦੇ ਕਾਰਨ, ਅਗਨ ਦਾ ਭਾਵ ਅੱਗ। ਪ੍ਰਭੂ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ। ਉਹਦੇ ਹੁਕਮ ਵਿੱਚ ਅੱਗ ਲੱਕੜ ਨੂੰ ਸਾੜ ਨਹੀਂ ਸਕਦੀ, ਯਾਨੀ ਲੱਕੜ ਦੇ ਅੰਦਰ ਅੱਗ ਤਾਂ ਹੈ ਪਰ ਉਹ ਲੱਕੜ ਨੂੰ ਅੱਗ ਜਿਹੜੀ ਹੈ ਸਾੜ ਨਹੀਂ ਰਹੀ, ਸਗੋਂ ਉਹ ਨਿੱਘ ਹੀ ਉਸ ਲੱਕੜੀ ਦੇ ਉਪਜਣ ਦਾ ਕਾਰਨ ਹੈ। ਵਨਸਪਤੀ ਦੇ ਉਪਜਣ, ਵਧਣ, ਫਲਣ ਔਰ ਫੁੱਲਣ ਦਾ ਕਾਰਨ ਬਣਦਾ ਹੈ। ਇਹ ਰੱਬੀ ਭੈ ਦੇ ਅੰਦਰ ਹੈ। ਭੈ ਦਾ ਮਤਲਬ ਹੈ ਹੁਕਮ, ਭੈ ਦਾ ਮਤਲਬ ਸਿਸਟਮ। ਜੋ ਕੁਦਰਤ ਦੇ ਨਿਯਮ ਨੇ, ਉਹਨਾਂ ਕੁਦਰਤ ਦੇ ਨਿਯਮਾਂ ਦੇ ਅੰਦਰ ਇਹ ਸਾਰਾ ਕੁਝ ਆਟੋਮੈਟਿਕਲੀ ਸਹਿਜ ਸੁਭਾਵਿਕ ਹੀ ਹੁੰਦਾ ਜਾ ਰਿਹਾ ਹੈ। ਆਪੇ ਮਾਰ ਜਿਵਾਇੰਦਾ ਪਿਆਰਾ, ਸਹ ਲੈਂਦੇ ਸਭ ਲਵਾਇਆ। ਪ੍ਰਭੂ ਆਪ ਹੀ ਜੀਵਨ ਦੇਣ ਵਾਲਾ ਹੈ,
ਆਪ ਹੀ ਮਾਰਨ ਵਾਲਾ ਹੈ। ਸਾਰੇ ਜੀਵ ਪ੍ਰਭੂ ਦੇ ਹੁਕਮ ਦੇ ਅੰਦਰ ਹੀ ਸਾਹ ਲੈ ਰਹੇ ਨੇ। ਹੁਕਮ ਦਾ ਮਤਲਬ ਸਿਸਟਮ ਹੈ, ਹੁਕਮ ਦਾ ਮਤਲਬ ਲਾ ਆਫ ਨੇਚਰ ਹੈ। ਯਾਨੀ ਇਸ ਲਾ ਆਫ ਨੇਚਰ ਦੇ ਵਿੱਚ ਕੁਦਰਤੀ ਨਿਯਮਾਵਲੀ ਦੇ ਅੰਦਰ ਰੱਬੀ ਹੁਕਮ ਦੇ ਅੰਦਰ ਜੀਵਨ ਹੈ। ਰੱਬੀ ਹੁਕਮ ਦੇ ਅੰਦਰ ਹੀ ਸਵਾਸ ਦੀ ਪ੍ਰਕਿਰਿਆ ਹੋ ਰਹੀ ਹੈ ਔਰ ਰੱਬੀ ਹੁਕਮ ਯਾਨੀ ਸਿਸਟਮ ਦੇ ਅੰਦਰ ਹੀ ਮੌਤ ਹੋ ਰਹੀ ਹੈ। ਇਹ ਜੀਵਨ ਔਰ ਮੌਤ ਹੀ ਸੰਸਾਰ ਨੂੰ ਚਲਾਉਣ ਦਾ ਕਾਰਨ ਨੇ। ਜੇ ਜੀਵਨ ਖਤਮ ਹੋ ਜਾਏ, ਜਨਮ ਖਤਮ ਹੋ ਜਾਏ ਤਾਂ ਇਸ ਸੰਸਾਰ ਦੇ ਅੰਦਰੋਂ ਹੌਲੀ ਹੌਲੀ ਸਭ ਕੁਝ ਮੁੱਕ ਜਾਏਗਾ। ਕੋਈ ਨਵਾਂ ਬੱਚਾ ਪੈਦਾ ਨਾ ਹੋਵੇ, ਕੋਈ ਵਨਸਪਤੀ ਪੈਦਾ ਨਾ ਹੋਵੇ, ਜੀਵ ਜੰਤ ਪੈਦਾ ਨਾ ਹੋਣ ਤੇ ਪਹਿਲੇ ਜੋ ਨੇ ਹੌਲੇ ਹੌਲੇ ਮਰਦੇ ਜਾਣਗੇ, ਸ੍ਰਿਸ਼ਟੀ ਖਤਮ ਹੋ ਜਾਏਗੀ। ਜੇ ਇਕੱਲੀ ਮੌਤ ਹੈ ਤਾਂ ਇਹ ਸੰਸਾਰ ਚੱਲ ਨਹੀਂ ਸਕਦਾ, ਪਰ ਜੇ ਇਕੱਲਾ ਜੀਵਨ ਹੀ ਹੋਵੇ, ਮੌਤ ਨਾ ਹੋਵੇ, ਸੰਸਾਰ ਤਾਂ ਵੀ ਨਹੀਂ ਚੱਲ ਸਕਦਾ। ਹਰ ਵਕਤ ਨਵੇਂ ਬੱਚੇ ਪੈਦਾ ਹੋਈ ਜਾਣ, ਜੀਵ ਜੰਤ ਪੈਦਾ ਹੁੰਦੇ ਰਹਿਣ, ਵਨਸਪਤੀ ਪੈਦਾ ਹੁੰਦੀ ਰਹੇ, ਮਰੇ ਕੁਛ ਵੀ ਨਾ ਤਾਂ ਇਸ ਜਗਤ ਤੇ ਕੁਰਬਲ ਹੋ ਜਾਏਗੀ। ਬਹਿਣਾ ਔਰ ਖਲੋਣਾ ਤਾਂ ਦੂਰ ਦੀ ਗੱਲ, ਇੱਥੇ ਸਾਹ ਲੈਣਾ ਵੀ ਔਖਾ ਹੋ ਜਾਏਗਾ। ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਹੁਕਮ ਦੇ ਅੰਦਰ ਜੀਵਨ ਹੈ, ਰੱਬੀ ਹੁਕਮ ਦੇ ਅੰਦਰ ਸਵਾਸ ਪ੍ਰਕਿਰਿਆ ਚੱਲ ਰਹੀ ਹੈ ਔਰ ਰੱਬੀ ਹੁਕਮ ਦੇ ਅੰਦਰ ਹੀ ਮੌਤ ਹੈ। ਆਪੇ ਤਾਣ ਦੀਵਾਨ ਹੈ ਪਿਆਰਾ, ਆਪੇ ਕਾਰੇ ਲਾਇਆ। ਤਾਣ ਦਾ ਮਤਲਬ ਤਾਕਤ, ਦੀਵਾਨ ਦਾ ਮਤਲਬ ਦਰਬਾਰ ਲਾਉਣ ਵਾਲਾ ਹਾਕਮ, ਕਾਰੇ ਦਾ ਮਤਲਬ ਕਾਰ ਵਿੱਚ। हे ਭਾਈ, ਪ੍ਰਭੂ ਆਪ ਹੀ ਤਾਕਤ ਹੈ, ਆਪ ਹੀ ਤਾਕਤ ਵਰਤਣ ਵਾਲਾ ਹਾਕਮ ਹੈ। ਸਾਰੇ ਜਗਤ ਨੂੰ ਉਹਨੇ ਆਪ ਹੀ ਕਾਰ ਦੇ ਅੰਦਰ ਲਾਇਆ ਹੋਇਆ ਹੈ। ਯਾਨੀ ਹਰ ਇੱਕ ਦੇ ਅੰਦਰ ਉਹ ਪ੍ਰਭੂ ਪਰਮਾਤਮਾ ਆਪ ਸਮਾਇਆ ਹੈ। ਹਰ ਇਨਸਾਨ, ਹਰ ਜੀਵ ਉਸ ਪ੍ਰਭੂ ਪਰਮਾਤਮਾ ਦਾ ਰੂਪ ਹੈ। ਸਭ ਦੇ ਅੰਦਰ ਉਸ ਮਾਲਕ ਦੀ ਸੱਤਿਆ ਹੈ। ਜੇ ਉਹ ਸੱਤਿਆ ਅੰਦਰ ਨਾ ਹੋਵੇ ਤਾਂ ਮਨੁੱਖ ਜੀ ਨਹੀਂ ਸਕੇਗਾ, ਮਨੁੱਖ ਦਾ ਜਨਮ ਨਹੀਂ ਹੋਵੇਗਾ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਜੀਵਨ ਰੂਪ ਹੋ ਕੇ ਹਰ ਥਾਂ ਦੇ ਉੱਤੇ ਵਿਆਪਕ ਹੈ, ਹਰ ਥਾਂ ਦੇ ਉੱਤੇ ਸਮਾਇਆ ਹੋਇਆ ਹੈ। ਕੋਈ ਵੀ ਐਸੀ ਥਾਂ ਨਹੀਂ ਹੈ ਜਿੱਥੇ ਉਹ ਪ੍ਰਭੂ ਨਹੀਂ ਹੈ। ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ, ਜਿਉਂ ਹਰ ਪ੍ਰਭ ਮੇਰੇ ਪਾਇਆ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ हे ਪਿਆਰੇ ਸੱਜਣ, ਜਿਵੇਂ ਪ੍ਰਭੂ ਪਰਮਾਤਮਾ ਜੀਵਾਂ ਨੂੰ ਆਪ ਤੋਰਦਾ ਹੈ ਤਿਵੇਂ ਹੀ ਸਾਨੂੰ ਚੱਲਣਾ ਚਾਹੀਦਾ ਹੈ। ਜਿਵੇਂ ਪ੍ਰਭੂ ਆਪ ਤੋਰਦਾ ਹੈ ਤਿਵੇਂ ਹੀ ਜੀਵ ਚੱਲਦੇ ਨੇ, ਤਿਵੇਂ ਹੀ ਸਾਨੂੰ ਚੱਲਣਾ ਚਾਹੀਦਾ ਹੈ। ਜਿਉਂ ਹਰ ਪ੍ਰਭ ਮੇਰੇ ਪਾਇਆ, ਜਿਵੇਂ ਮੇਰੇ ਹਰੀ ਨੂੰ ਭਾਉਂਦਾ ਹੈ ਉਵੇਂ ਸਾਨੂੰ ਚੱਲਣਾ ਚਾਹੀਦਾ ਹੈ। ਭਾਵ ਕਿ ਜੋ ਰੱਬੀ ਨਿਯਮਾਵਲੀ ਹੈ, ਕੁਦਰਤੀ ਨਿਯਮਾਵਲੀ ਹੈ, ਉਸ ਨਿਯਮਾਵਲੀ ਮੁਤਾਬਕ ਹਰ ਜੀਵ ਨੂੰ ਕਰਮ ਕਰਨਾ ਚਾਹੀਦਾ ਹੈ। ਜਦੋਂ ਹਰ ਮਨੁੱਖ ਸਿਸਟਮ ਨੂੰ ਫੋਲੋ ਕਰੇਗਾ, ਰੱਬੀ ਗੁਣਾਂ ਨੂੰ ਅਪਣਾਏਗਾ, ਰੱਬੀ ਰਜ਼ਾ ਦੇ ਅੰਦਰ ਤੁਰੇਗਾ ਤਾਂ ਇਹਦਾ ਜੀਵਨ ਸੁਹਾਵਣਾ ਹੋ ਜਾਏਗਾ। ਹੁਣ ਇਸ ਪਾਵਨ ਸ਼ਬਦ ਰਾਹੀਂ ਅਸੀਂ ਦੇਖਦੇ ਹਾਂ ਕਿ ਇਸ ਪੂਰੀ ਦੁਨੀਆ ਦੇ ਅੰਦਰ ਕੁਦਰਤ ਦੇ ਨਿਯਮ, ਰੱਬ ਦੀ ਰਜ਼ਾ ਹਰ ਥਾਂ ਤੇ ਇਕਸਾਰ ਕੰਮ ਕਰ ਰਹੀ ਹੈ। ਨਿਰਭਉ ਔਰ ਨਿਰਵੈਰ ਹੋ ਕੇ, ਨਾ ਇਹਨਾਂ ਨਿਯਮਾਂ ਨੂੰ, ਹੁਕਮ ਨੂੰ ਕਿਸੇ ਦਾ ਡਰ ਹੈ, ਨਾ ਹੀ ਕਿਸੇ ਦੇ ਨਾਲ ਵੈਰ ਹੈ। ਹਰ ਸ਼ੈ ਆਪਣੇ ਨੇਮ ਦੇ ਅੰਦਰ ਕਾਰਜ ਕਰੀ ਜਾ ਰਹੀ ਹੈ। ਵਨਸਪਤੀ ਕਿਸੇ ਨਿਯਮ ਵਿੱਚ ਪੈਦਾ ਹੋ ਰਹੀ ਹੈ, ਵੱਧ ਰਹੀ ਹੈ, ਫੁੱਲ ਰਹੀ ਹੈ, ਫਲ ਰਹੀ ਹੈ। ਜੀਵ ਜੰਤ ਪੈਦਾ ਹੋ ਰਹੇ ਹਨ, ਜੀਵਨ ਜੀ ਰਹੇ ਹਨ, ਉਹਨਾਂ ਦੇ ਜੀਵਨ ਦਾ ਅੰਤ ਹੋ ਰਿਹਾ ਹੈ। ਧਰਤੀ, ਚੰਦਰਮਾ, ਸੂਰਜ, ਆਕਾਸ਼ ਤੇ ਮੰਦਰ, ਅਨੰਤ ਤਾਰਕਾ ਮੰਡਲ, ਅਨੰਤ ਆਕਾਸ਼ ਗੰਗਾਵਾਂ, ਇਹ ਯੂਨੀਵਰਸ, ਖੰਡ ਮੰਡਲ, ਬ੍ਰਹਿਮੰਡ, ਹਰ ਸ਼ੈ ਇੱਕ ਨਿਯਮਾਵਲੀ ਦੇ ਅੰਦਰ ਕਾਰਜ ਕਰ ਰਹੀ ਹੈ, ਭੁਆਂਟਲੀਆਂ ਲੈ ਰਹੀ ਹੈ। ਤਾਂ ਸਾਨੂੰ ਵੀ ਕਿਸੇ ਨਿਯਮਬੱਧ ਜੀਵਨ ਨੂੰ ਅਪਣਾਉਣਾ ਚਾਹੀਦਾ ਹੈ। ਜਿਵੇਂ ਕਿ ਹਰ ਸ਼ੈ ਨਿਯਮਬੱਧ ਹੈ, ਜਦੋਂ ਅਸੀਂ ਆਪਣੇ ਜੀਵਨ ਨੂੰ ਨਿਯਮਬੱਧ ਕਰਾਂਗੇ, ਫਰਜ਼ਾਂ ਦੀ ਪੂਰਤੀ ਕਰਾਂਗੇ ਤਾਂ ਸਾਡੇ ਜੀਵਨ ਦੇ ਅੰਦਰ ਸੁੱਖ ਸ਼ਾਂਤੀ ਆ ਜਾਏਗੀ। ਜੇ ਇਸ ਨਿਯਮਾਵਲੀ ਨੂੰ ਸਮਝ ਕੇ ਅਸੀਂ ਪਰਿਵਾਰਾਂ ਔਰ ਸਮਾਜ ਦੇ ਅੰਦਰ ਕਿਸੇ ਨਿਯਮਾਵਲੀ ਨੂੰ ਚੰਗੀ ਨੂੰ ਅਪਣਾਵੀਏ ਤਾਂ ਸਾਡਾ ਸਮਾਜ ਔਰ ਸਾਡਾ ਜੀਵਨ ਵੀ ਬੜਾ ਸੁਹਾਵਣਾ ਹੋ ਜਾਏਗਾ। ਮਿਸਾਲ ਵਜੋਂ ਪਰਿਵਾਰ ਦੇ ਅੰਦਰ ਬੱਚੇ ਨੇ, ਉਹਨਾਂ ਦੇ ਕੁਝ ਫਰਜ਼ ਨੇ, ਮਾਂ ਬਾਪ ਦੇ ਫਰਜ਼ ਨੇ, ਭੈਣ ਭਰਾਵਾਂ ਦੇ ਫਰਜ਼ ਨੇ, ਪਤੀ ਪਤਨੀ ਦੇ ਫਰਜ਼ ਨੇ।
ਹੋਰ ਮਨੁੱਖਤਾ ਦੇ ਫਰਜ਼ ਨੇ। ਸੱਚ ਨੂੰ ਆਧਾਰ ਬਣਾ ਕੇ ਜੇ ਹਰ ਮਨੁੱਖ ਇਹਨਾਂ ਫਰਜ਼ਾਂ ਨੂੰ ਪੂਰਿਆਂ ਕਰੇ ਤਾਂ ਸਾਡੇ ਘਰ ਪਰਿਵਾਰ ਔਰ ਸਮਾਜ ਕਿਤਨਾ ਸੁਹਾਵਣਾ ਹੋ ਸਕਦਾ ਹੈ। ਇਸ ਲਈ ਸਾਨੂੰ ਪ੍ਰਭੂ ਦੇ ਭਾਣੇ ਔਰ ਰਜ਼ਾ ਨੂੰ ਸਮਝਣ ਦੀ ਲੋੜ ਹੈ, ਉਸ ਮੁਤਾਬਕ ਜ਼ਿੰਦਗੀ ਜੀਣ ਦੀ ਲੋੜ ਹੈ। ਜੇ ਆਸਾਨ ਸ਼ਬਦਾਂ ਦੇ ਵਿੱਚ ਸਮਝਣਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਜੀਵਨ ਜੁਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 'ਚੋਂ ਸਾਨੂੰ ਮਿਲਦੀ ਹੈ, ਉਸ ਜੀਵਨ ਜੁਗਤ ਨੂੰ ਅਪਣਾ ਲੈਣਾ ਚਾਹੀਦਾ ਹੈ। ਅਖੀਰਲਾ ਬਚਨ ਕਰਦੇ ਨੇ, ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜਹਿ ਵਜਾਇਆ। ਜੰਤੀ ਦਾ ਮਤਲਬ ਹੈ ਵਾਜਾ, ਸਾਜ਼ ਵਜਾਉਣ ਵਾਲਾ ਜਿਹੜਾ ਹੈ। ਜੰਤੀ ਦਾ ਮਤਲਬ ਵਾਜਾ ਵਜਾਉਣ ਵਾਲਾ, ਸਾਜ਼ ਵਜਾਉਣ ਵਾਲਾ, ਤੇ ਜੰਤ ਦਾ ਮਤਲਬ ਹੈ ਸਾਜ਼। ਵਜਹਿ ਦਾ ਮਤਲਬ ਵੱਜਦੇ ਨੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਦਾਸ ਨਾਨਕ ਆਖ ਕਿ ਪ੍ਰਭੂ ਆਪ ਹੀ ਜੀਵ ਵਾਜਾ ਬਣਾਉਣ ਵਾਲਾ ਹੈ ਔਰ ਆਪ ਹੀ ਵਾਜਾ ਵਜਾਉਣ ਵਾਲਾ ਹੈ। ਸਾਰੇ ਜੀਵ ਉਸ ਦੇ ਹੁਕਮ ਵਿੱਚ ਵਜਾਏ ਹੋਏ ਵੱਜ ਰਹੇ ਹਨ। ਭਾਵ ਇਹ ਜੀਵ ਜੰਤ ਜਿਤਨੇ ਵੀ ਨੇ ਉਹਨਾਂ ਦਾ ਕਰਤਾ ਪ੍ਰਭੂ ਹੈ ਔਰ ਉਸ ਪ੍ਰਭੂ ਦੇ ਹੁਕਮ ਦੇ ਅੰਦਰ ਹੀ ਇਹ ਸਾਰੇ ਜੀਵ ਕਾਰਜਸ਼ੀਲ ਹਨ, ਕਾਰਜ ਕਰ ਰਹੇ ਹਨ। ਜ਼ਰੂਰਤ ਇਹ ਹੈ ਕਿ ਆਪਣੇ ਇਸ ਜੀਵਨ ਵਾਜੇ ਨੂੰ ਰੱਬੀ ਰਜ਼ਾ ਦੇ ਅੰਦਰ ਵਜਾਉਣ ਦਾ ਯਤਨ ਕੀਤਾ ਜਾਏ ਤਾਂ ਫਿਰ ਇਸ ਜੀਵਨ ਦੇ ਅੰਦਰੋਂ ਮਧੁਰ ਸਾਜ਼ ਪੈਦਾ ਹੋ ਜਾਏਗਾ। ਜਿਵੇਂ ਸੰਗੀਤਕਾਰ ਜਾਣਦੇ ਨੇ ਕਿ ਸੁਰ, ਲੈਅ ਔਰ ਤਾਲ, ਇਹਨਾਂ ਤਿੰਨਾਂ ਦਾ ਜਦੋਂ ਮਿਲਾਪ ਹੁੰਦਾ ਹੈ ਤਾਂ ਸੰਗੀਤ ਪੈਦਾ ਹੁੰਦਾ ਹੈ ਅਤੇ ਉਹ ਸੰਗੀਤ ਮਨ ਨੂੰ ਮੋਹਦਾ ਹੈ। ਸੰਗੀਤ ਮਨੁੱਖ ਦੀ ਖੁਰਾਕ ਬਣ ਜਾਂਦੀ ਹੈ। ਅੱਜ ਤਾਂ ਸੰਗੀਤ ਰਾਹੀਂ ਕਿਤਨਿਆਂ ਸਾਰਿਆਂ ਰੋਗਾਂ ਨੂੰ ਵੀ ਦੂਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪ੍ਰਭੂ ਦੀ ਭਗਤੀ ਬੰਦਗੀ ਵਾਸਤੇ ਵੀ ਕੀਰਤਨ ਨੂੰ ਪ੍ਰਧਾਨ ਸਾਧਨ ਦੱਸਿਆ ਹੈ। ਰੱਬ ਦੀ ਸਿਫਤ ਸਲਾਹ ਨੂੰ। ਸਾਡਾ ਇਹ ਜੀਵਨ ਸੰਗੀਤਮਈ ਹੋ ਸਕਦਾ ਹੈ ਜੇ ਅਸੀਂ ਮਨ, ਬਚਨ ਔਰ ਕਰਮ ਕਰਕੇ ਪ੍ਰਭੂ ਦੇ ਗੁਣਾਂ ਦੇ ਧਾਰਨੀ ਹੋ ਜਾਈਏ। ਮਨ, ਬਚਨ ਔਰ ਕਰਮ ਕਰਕੇ ਕੁਦਰਤੀ ਨਿਯਮਾਵਲੀ ਨੂੰ ਸਮਝ ਕੇ ਉਸ ਮੁਤਾਬਕ ਜ਼ਿੰਦਗੀ ਜੀਵੀਏ। ਮਨ, ਬਚਨ ਔਰ ਕਰਮ ਕਰਕੇ ਰੱਬੀ ਗੁਣਾਂ ਦੇ ਜੇ ਧਾਰਨੀ ਹੋ ਜਾਈਏ ਤਾਂ ਸਾਡਾ ਵੀ ਇਹ ਜੀਵਨ ਸੰਗੀਤਮਈ ਹੋ ਸਕਦਾ ਹੈ। ਇਹਦੇ ਅੰਦਰ ਵੀ ਇੱਕ ਮਧੁਰ ਧੁਨ ਪੈਦਾ ਹੋ ਸਕਦੀ ਹੈ। ਸਾਡੇ ਅੰਦਰ ਵੀ ਆਤਮਕ ਖੇੜਾ, ਆਤਮਕ ਖੁਸ਼ੀਆਂ ਔਰ ਆਤਮਕ ਆਨੰਦ ਪੈਦਾ ਹੋ ਸਕਦਾ ਹੈ। ਗੁਰੂ ਪਾਤਸ਼ਾਹ ਦੀ ਰਹਿਮਤ ਔਰ ਬਖਸ਼ਿਸ਼ ਕਰਨ ਅਸੀਂ ਗੁਰੂ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਵਿਚਾਰੀਏ, ਸਮਝੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।